किताब विपरण की रीत तो सच दा मार्ग भाग 6वां। लेखक सरदार गुरबख्श सिंह काला अफगाना। दूजे कांड का 9वां भाग आनंद संस्कार ਅਤੇ 10वां भाग ਨਿਆਰੇ ਪੰਥ ਲਈ ਨਿਆਰੀ ਆਨੰਦ ਮਰਜ਼ਾਦਾ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਉਂਕਿ ਪੰਥ ਵੱਲੋਂ ਬਣਾਈ ਸਿੱਖ ਰਹਿਤ ਮਰਜ਼ਾਦਾ ਵਿੱਚ ਵਿਆਹ ਸ਼ਾਦੀਆਂ ਦੀ ਮਰਜ਼ਾਦਾ ਲਿਖਦਿਆਂ ਇਹੀ ਸਰਲੇਖ ਵਰਤਿਆ ਹੋਇਆ ਹੈ। ਇਸੇ ਕਾਰਨ ਦਾਸ ਨੇ ਵੀ ਸਰਲੇਖ ਵਿੱਚ ਬ੍ਰਾਹਮਣੀ ਗ੍ਰੰਥਾਂ ਵਾਲਾ ਸੰਸਕਾਰ ਪਦ ਵਰਤਿਆ ਹੈ। ਇਸ ਪੁਸਤਕ ਦੇ ਪਹਿਲੇ ਭਾਗ ਦੇ ਆਰੰਭ ਵਿੱਚ ਮਨੁੱਖ ਦੇ ਆਰੰਭਕ ਜੀਵਨ ਬਾਰੇ ਮਿਥਿਹਾਸਕ ਅਤੇ ਇਤਿਹਾਸਕ ਵਿਚਾਰਾਂ ਵਿਸਥਾਰ ਨਾਲ ਕੀਤੀਆਂ ਜਾ ਚੁੱਕੀਆਂ ਹਨ। ਜੰਗਲਾਂ ਵਿੱਚ ਨੰਗ ਧੜੰਗ ਜਾਨਵਰਾਂ ਵਾਂਗ ਰਹਿਣ ਵਾਲੇ ਮੁੱਢਲੇ ਇਸਤਰੀ ਮਨੁੱਖ ਦੇ ਸੰਬੰਧ ਵੀ ਪਸ਼ੂਆਂ ਵਰਗੇ ਹੀ ਸਨ। ਸਮਾਜਿਕ ਜ਼ਿੰਦਗੀ ਨੇ ਹੌਲੀ ਹੌਲੀ ਵਿਕਾਸ ਕੀਤਾ। ਇਸਤਰੀ ਮਰਦ ਦੇ ਆਪਸੀ ਸੰਬੰਧਾਂ ਬਾਰੇ ਕਈ ਤਰ੍ਹਾਂ ਦੀਆਂ ਕਹਾਣੀਆਂ ਪੜ੍ਹਨ ਨੂੰ ਮਿਲਦੀਆਂ ਹਨ। ਭਾਰਤੀ ਮਨੁੱਖ ਦੇ ਇਤਿਹਾਸ ਵਿੱਚ ਇਹ ਸਮਾਂ ਵੀ ਰਿਹਾ ਹੈ ਜਦੋਂ ਕੇਵਲ ਇਹ ਕਹਿ ਦੇਣ ਨਾਲ ਕਿ ਮੈਂ ਤੇਰਾ ਪਤੀ ਹਾਂ ਤਾਂ ਇਸਤਰੀ ਪਤਨੀ ਰੂਪ ਵਿੱਚ ਉਸ ਨਾਲ ਜ਼ਿੰਦਗੀ ਗੁਜ਼ਾਰਨ 'ਤੇ ਰਾਜੀ ਹੋ ਜਾਂਦੀ ਸੀ। ਅਜਿਹੀ ਸ਼ਾਦੀ ਨੂੰ ਗੰਧਰਵ ਵਿਆਹ ਕਿਹਾ ਜਾਂਦਾ ਸੀ। ਮਹਾਭਾਰਤ ਗਾਥਾ ਵਿੱਚ ਕਥਿਤ ਚੱਕਰਵਰਤੀ ਰਾਜਾ ਭਰਤ ਦੀ ਮਾਤਾ ਮੇਨਕਾ ਨਾਮੀ ਅਪਸਰਾ ਅਤੇ ਰਿਖੀ ਵਿਸ਼ਵਾਮਿੱਤਰ ਦੀ ਧੀ ਸ਼ਕੁੰਤਲਾ ਦਾ ਮਹਾਰਾਜਾ ਦੁਸ਼ਯੰਤ ਨਾਲ ਗੰਧਰਵ ਵਿਆਹ ਹੀ ਦਰਸਾਇਆ ਗਿਆ ਹੈ। ਇਸੇ ਤਰ੍ਹਾਂ ਸਤਿਆਵਾਨ ਅਤੇ ਸਵਿਤਰੀ ਦਾ ਗੰਧਰਵ ਵਿਆਹ ਹੀ ਸੀ। ਇਹ ਵਿਆਹ ਭਾਵੇਂ ਬ੍ਰਾਹਮਣ ਦੀ ਕਹਾਣੀ ਕਲਾ ਦੀ ਹੀ ਉਪਜ ਹਨ, ਪਰ ਇਸ ਤੋਂ ਇਹ ਸਿੱਧ ਜ਼ਰੂਰ ਹੁੰਦਾ ਹੈ ਕਿ ਲੋਕਾਂ ਵਿੱਚ ਕਦੇ ਵਿਆਹ ਦੀ ਅਜਿਹੀ ਮਰਜ਼ਾਦਾ ਵੀ ਪ੍ਰਚਲਿਤ ਰਹੀ ਹੈ। ਸਵੰਬਰ ਸਮੇਂ ਇਸਤਰੀ ਆਪਣੀ ਪਸੰਦ ਦੇ ਮਨੁੱਖ ਦੇ ਗਲ ਵਿੱਚ ਹਾਰ ਪਾ ਦਿਆ ਕਰਦੀ ਸੀ ਤਾਂ ਉਹ ਜੋੜਾ ਪਤੀ ਪਤਨੀ ਮੰਨੇ ਜਾਂਦੇ ਸਨ। ਹੌਲੀ ਹੌਲੀ ਬ੍ਰਾਹਮਣ ਨੇ ਅਜਿਹਾ ਮਾਇਆ ਜਾਲ ਵਿਛਾ ਲਿਆ ਕਿ ਗਰਭ ਵਿੱਚ ਆਉਣ ਸਮੇਂ ਤੋਂ ਆਰੰਭ ਹੋ ਕੇ ਮਰਨ ਦੇ ਪਿੱਛੋਂ ਕਈ ਪੀੜ੍ਹੀਆਂ ਤਾਈਂ ਮਨੁੱਖ ਪੁਰੋਹਿਤ ਦੀ ਆਮਦਨ ਦਾ ਸਾਧਨ ਬਣ ਗਿਆ ਸੀ। ਬੱਚੇ ਬੱਚੀ ਦੇ ਵਿਆਹ ਨਾਲ ਸੰਬੰਧਿਤ ਠਾਕੇ ਦੀ ਰਸਮ ਤੋਂ ਮੁਕਲਾਵੇ ਦੀ ਰਸਮ ਤੱਕ ਪੁਰੋਹਿਤ ਜੀ ਦੇ ਲਾਗਾਂ ਦੀ ਪੱਕੀ ਸੂਚੀ ਬਣ ਗਈ। ਕਈ ਤਰ੍ਹਾਂ ਦੇ ਸ਼ਗਨਾਂ ਅਪਸ਼ਗਨਾਂ ਦੇ ਭਰਮਾਂ ਵਿੱਚ ਫਸਾ ਕੇ ਹਰ ਸ਼ਗਨ ਲਈ ਸ਼ੁਭ ਅਤੇ ਅਸ਼ੁਭ ਮਹੂਰਤਾਂ ਦਾ ਪਤਾ ਦੇਣ ਵਾਲੀ ਬ੍ਰਾਹਮਣ ਦੀ ਪੱਤਰੀ ਕਈ ਢੰਗਾਂ ਨਾਲ ਗਰੀਬਾਂ ਦਾ ਲਹੂ ਨਿਚੋੜਨ ਲੱਗ ਪਈ। ਪੁਸਤਕ ਦੇ ਪਹਿਲੇ ਭਾਗ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਕਥਿਤ ਮਰਜ਼ਾਦਾ ਪੁਰਸ਼ੋਤਮ ਰਾਜਾ ਰਾਮਚੰਦਰ ਦੀ ਆਪਣੀ ਮਰਜ਼ਾਦਾ ਕੋਈ ਹੈ ਹੀ ਨਹੀਂ ਸੀ। ਉਹਨਾਂ ਨੇ ਸਾਰੀ ਉਮਰ ਉਸੇ ਮਰਜ਼ਾਦਾ ਦੀ ਪਾਲਣਾ ਸਾਊਆਂ ਵਾਂਗ ਕੀਤੀ ਜਿਹੜੀ ਬ੍ਰਾਹਮਣ ਨੇ ਪਹਿਲਾਂ ਤੋਂ ਬਣਾਈ ਹੋਈ ਸੀ। ਟੀਵੀ 'ਤੇ ਵਿਖਾਈ ਗਈ ਰਮਾਇਣ ਗਾਥਾ ਵਿੱਚ ਸ੍ਰੀ ਰਾਮਚੰਦਰ ਦਾ ਵਿਆਹ ਬੜੇ ਵਿਸਥਾਰ ਨਾਲ ਵਿਖਾਇਆ ਹੋਇਆ ਹੈ। ਕੁੜਮਾਈ ਦਾ ਸੁਨੇਹਾ ਆਉਣ ਸਮੇਂ ਸ਼ਾਹੀ ਮਹੱਲਾਂ ਵਿੱਚ ਬ੍ਰਾਹਮਣਾਂ ਨੂੰ ਦਾਨ ਪੁੰਨ ਦਾ ਚੱਕਰ ਚੱਲ ਪੈਂਦਾ ਹੈ। ਨਿਆਂਜ ਦੀ ਚੜ੍ਹਾਈ ਢੁਕਾਈ ਮਿਲਣੀ ਅਤੇ ਫਿਰ ਵਿਆਹ ਸਮੇਂ ਕਈ ਤਰ੍ਹਾਂ ਦੇ ਸ਼ਗਨ, ਬਰਾਤ ਦੀ ਸੇਵਾ ਸੰਭਾਲ, ਜਨਾਨੀਆਂ ਦੀਆਂ ਸਿੱਠਣੀਆਂ, ਗੀਤ, ਰਾਮਜਣੀਆਂ ਦੇ ਨਾਚ, ਬੇਸ਼ੁਮਾਰ ਦਾਜ, ਵਿਦਾਇਗੀ ਸਮੇਂ ਦੇ ਰੋਣੇ ਕੁਰਲਾਉਣੇ ਸਭ ਕੁਝ ਹਿੰਦੂ ਧਰਮ ਦਾ ਅੰਗ ਬਣਿਆ ਅਨੋਖਾ ਪ੍ਰਭਾਵ ਪਾ ਰਿਹਾ ਹੁੰਦਾ ਹੈ। ਵਿਦੇਹ ਭਾਵ ਵੱਡਾ ਤਿਆਗੀ ਅਖਵਾਉਣ ਵਾਲਾ ਮਹਾਰਾਜ ਜਨਕ ਢਿੱਡ ਦੀ ਜੰਮੀ ਨਹੀਂ, ਕੇਵਲ ਹਲ ਦੇ ਸਿਆੜ ਵਿੱਚੋਂ ਲੱਭੀ ਧੀ ਸੀਤਾ ਜੀ ਦੇ ਵਿਛੋੜੇ ਦੇ ਖਿਆਲ ਨਾਲ ਹੀ ਬੇਬਲ ਹੋਇਆ ਹਟਕੋਰੇ ਭਰਦਾ ਦਰਸਾਇਆ ਹੋਇਆ ਹੈ। ਸਹੁਰੇ ਦੇ ਘਰ ਵਿੱਚ ਜਵਾਈ ਲਈ ਕੀਤੇ ਗਏ ਸ਼ਗਨ ਅਤੇ ਫਿਰ ਅਯੁੱਧਿਆ ਆ ਕੇ ਸੀਤਾ ਜੀ ਅਤੇ ਰਾਮ ਦਾ ਕੱਚੀ ਲੱਸੀ ਵਿੱਚੋਂ ਕੰਗਣ ਲੱਭਣ ਦਾ ਮੁਕਾਬਲਾ ਕਈ ਕੁਝ ਰਾਮ ਰੱਬ ਜੀ ਕੋਲੋਂ ਕਰਵਾ ਕੇ ਬ੍ਰਾਹਮਣ ਨੇ ਸਾਰੇ ਭਰਮ ਜਾਲ ਨੂੰ ਰੱਬੀ ਹੁਕਮ ਬਣਾ ਲਿਆ। ਧਰਮ ਗ੍ਰੰਥਾਂ ਵਿੱਚ ਅਜਿਹਾ ਕੁਝ ਲਿਖਿਆ ਹੋਣ ਦੇ ਕਾਰਨ ਵਿਆਹਾਂ 'ਤੇ ਕੀਤੇ ਜਾਣ ਵਾਲੇ ਖਰਚੇ ਇੰਨੇ ਜ਼ਿਆਦਾ ਵੱਧ ਗਏ ਕਿ ਵਿਆਹ ਦੇ ਮਗਰੋਂ ਕਈ ਸਾਲਾਂ ਤੱਕ ਘਰ ਵਾਲਿਆਂ ਕੋਲੋਂ ਕਰਜ਼ਾ ਨਹੀਂ ਸੀ ਲਾਇਆ ਜਾਂਦਾ। ਦਾਜ ਦੀਆਂ ਰਕਮਾਂ ਪੂਰੀਆਂ ਨਾ ਕਰ ਸਕਣ ਵਾਲਿਆਂ ਗਰੀਬ ਮਾਪਿਆਂ ਦੀਆਂ ਕਈ ਬੱਚੀਆਂ ਨੇ ਕੁਆਰੀਆਂ ਨੇ ਹੀ ਉਮਰ ਗੁਜ਼ਾਰ ਦਿੱਤੀ। ਇਸਤਰੀ ਦੀ ਜੋ ਮੰਦੀ ਹਾਲਤ ਬ੍ਰਾਹਮਣ ਨੇ ਬਣਾ ਦਿੱਤੀ ਹੋਈ ਸੀ, ਇਸ ਦਾ ਪੂਰਾ ਹਾਲ ਪੁਸਤਕ ਦੇ ਪਹਿਲੇ ਭਾਗ ਵਿੱਚ ਆ ਚੁੱਕਾ ਹੈ। ਗਰੀਬਾਂ ਅਤੇ ਦੁਖੀਆਂ ਦੇ ਹਮਦਰਦ ਅਤੇ ਸੱਚੇ ਸਹਾਈ ਸਤਿਗੁਰੂ ਨਾਨਕ ਨਿਰੰਕਾਰੀ ਜੀ ਨੇ ਜਿਵੇਂ ਇਸਤਰੀ ਦਾ ਸਤਿਕਾਰ ਕਰਨਾ ਸਿਖਾਇਆ, ਉਸ ਬਾਰੇ ਵੀ ਲਿਖਿਆ ਜਾ ਚੁੱਕਾ ਹੈ। ਲੋਕਾਂ ਦੇ ਗਲਾਂ ਵਿੱਚ ਜਨੇਊ ਪਾਉਣ ਦਾ ਪਖੰਡ ਕਰਨ ਵਾਲੇ ਬ੍ਰਾਹਮਣ ਦੇ ਆਪਣੇ ਆਚਰਣ ਵਿੱਚ ਆਈ ਗਿਰਾਵਟ ਦਾ ਜ਼ਿਕਰ ਕਰਦੇ ਸਮੇਂ ਸਤਿਗੁਰੂ ਨਾਨਕ ਸਾਹਿਬ ਜੀ ਨੇ ਪੁਰੋਹਿਤ ਦੀ
ਉਸ ਭਿਆਨਕ ਲੁੱਟ ਦਾ ਜ਼ਿਕਰ ਵੀ ਕੀਤਾ ਹੈ, ਜਿਹੜੀ ਉਸਨੇ ਮਹੂਰਤ ਆਦਿ ਦੱਸਣ ਦੇ ਬਹਾਨੇ ਆਪਣੀ ਪੱਤਰੀ ਰਾਹੀਂ ਅਤੇ ਵਿਆਹ ਕਰਾਉਣ ਦੀ ਰਸਮ ਨਿਭਾਉਣ ਦੀ ਫੀਸ ਵਜੋਂ ਦਸ਼ਣਾ ਦੇ ਰੂਪ ਵਿੱਚ ਮਚਾਈ ਹੋਈ ਸੀ। ਗੁਰੂ ਫਰਮਾਨ ਇਸ ਪ੍ਰਕਾਰ ਹੈ, ਤਗ ਨਾ ਇੰਦਰੀ ਤਗ ਨਾ ਨਾਰੀ, ਭਲਕੇ ਥੁੱਕ ਪਵੇ ਨਿਤ ਦਾੜੀ, ਤਗ ਨਾ ਪੈਰੀ ਤਗ ਨਾ ਹੱਥੀ, ਤਗ ਨਾ ਜੇਵਾ ਤਗ ਨਾ ਅੱਖੀ, ਵੇ ਤੱਗਾ ਆਪੇ ਵਤੈ, ਵਟ ਧਾਗੇ ਅਵਰਾਂ ਘਤੈ, ਲੈ ਪਹਾੜ ਕਰੇ ਵਿਆਹ, ਕੱਢ ਕਾਗਲ ਦੱਸੇ ਰਹਾ, ਸੁਣ ਵੇਖੋ ਲੋਕਾ ਹੈ ਵਿਡਾਣ, ਮਨ ਅੰਧਾ ਨਾਉ ਸੁਜਾਨ। ਪੰਨਾ 471। ਨਿਤਾਣੀ ਅਤੇ ਲਤਾੜੀ ਹੋਈ ਇਸਤਰੀ ਜਾਤੀ ਨਾਲ ਅਥਾਹ ਹਮਦਰਦੀ ਰੱਖਣ ਵਾਲੇ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਤੀਜੇ ਸਰੂਪ ਸਮੇਂ ਫਿਰ ਬ੍ਰਾਹਮਣ ਨੂੰ ਉਸ ਲੁੱਟ ਤੋਂ ਵਰਜਣ ਦਾ ਯਤਨ ਕਰਦਿਆਂ ਫਰਮਾਨ ਕੀਤਾ, ਸਸੈ ਸੰਜਮ ਗਇਓ ਮੂੜੇ, ਏਕ ਦਾਨ ਤੁਧ ਕੋ ਥਾਏ ਲਿਆ, ਸਾਈ ਪੁੱਤਰੀ ਜਜਮਾਨ ਕੀ ਸਾ ਤੇਰੀ, ਏਤ ਧਨ ਖਾਧੈ ਤੇਰਾ ਜਨਮ ਗਿਆ। ਪੰਨਾ 435। ਅਰਥ, ਆਪਣੇ ਆਪ ਨੂੰ ਪੰਡਤ ਸਮਝਣ ਵਾਲੇ ਹੈ ਮੂਰਖ, ਨਿਰੀ ਮਾਇਆ ਦੀ ਖਾਤਰ ਪੜ੍ਹਨ ਪੜ੍ਹਾਉਣ ਕਾਰਨ ਲਾਲਚ ਵਸ ਹੋ ਕੇ ਤੂੰ ਜੀਵਨ ਜੁਗਤ ਵੀ ਗਵਾ ਬੈਠਾ ਹੈ। ਪਰਵੋਤ ਹੋਣ ਕਰਕੇ ਤੂੰ ਆਪਣੇ ਜਜਮਾਨ ਪਾਸੋਂ ਹਰ ਦਿਨ ਦਿਹਾੜ 'ਤੇ ਦਾਨ ਲੈਂਦਾ ਹੈ, ਪਰ ਇੱਕ ਦਾਨ ਤੂੰ ਆਪਣੇ ਜਜਮਾਨ ਤੋਂ ਗਲਤ ਥਾਂ ਲੈਂਦਾ ਹੈ। ਜਜਮਾਨ ਦੀ ਧੀ ਤੇਰੀ ਹੀ ਧੀ ਹੈ। ਧੀ ਦੇ ਵਿਆਹ 'ਤੇ ਜਜਮਾਨ ਪਾਸੋਂ ਦਾਨ ਲੈਣਾ, ਧੀ ਦੇ ਘਰ ਦਾ ਅੰਨ ਖਾਣ ਨਾਲ, ਇਹ ਪੈਸਾ ਖਾਣ ਨਾਲ ਤੂੰ ਆਪਣਾ ਆਤਮਿਕ ਜੀਵਨ ਗਵਾ ਲੈਂਦਾ ਹੈ। ਫਿਰ ਦਾਜ ਦੀ ਲਾਹਨਤ ਨਾਲ ਧੀਆਂ ਵਾਲਿਆਂ ਦਾ ਆਪਣੇ ਨੱਕ ਨਮੂਜ ਦੀ ਖਾਤਰ ਹੰਕਾਰ ਵਸ ਹੋ ਕੇ ਖਰਚ ਕਰਨਾ ਅਤੇ ਫਿਰ ਦੁਖੀ ਹੋਣਾ ਵੀ ਸਤਿਗੁਰਾਂ ਤੋਂ ਬਰਦਾਸ਼ਤ ਨਾ ਹੋਇਆ। ਦਾਨ ਦੇ ਬਹਾਨੇ ਦਾਜ ਦੁਆਰਾ ਲੁੱਟੇ ਜਾ ਰਹੇ ਹੰਕਾਰੀ ਮੂਰਖ ਨੂੰ ਸਮਝਾਇਆ ਕਿ ਉਸ ਦੀ ਧੀ ਉਸ ਤੋਂ ਜੀਵ ਇਸਤਰੀ ਆਪਣੇ ਸਤਿਗੁਰੂ ਤੋਂ ਅਜਿਹਾ ਦਾਨ ਲੋੜਦੀ ਹੈ ਜਿਹੜਾ ਲੋਕ ਪਰਲੋਕ ਵਿੱਚ ਸ਼ੋਭਾ ਵਾਲਾ ਹੋਵੇ। ਲੋਕ ਵਿਖਾਵੇ ਲਈ ਜਿਹੜਾ ਦਾਜ ਖਿਲਾਰ ਕੇ ਲੋਕਾਂ ਨੂੰ ਵਿਖਾਲਦੇ ਹੋ, ਨਿਰਾ ਹੰਕਾਰ ਦਾ ਪ੍ਰਗਟਾਵਾ ਹੁੰਦਾ ਹੈ ਅਤੇ ਦੁੱਖਾਂ ਦਾ ਕਾਰਨ ਬਣਦਾ ਹੈ। ਸੱਚੇ ਹਮਦਰਦ ਸਤਿਗੁਰੂ ਨਾਨਕ ਸਾਹਿਬ ਜੀ ਨੇ ਉਪਦੇਸ਼ ਦੇਣ ਦੇ ਆਪਣੇ ਨਿਆਰੇ ਢੰਗ ਨਾਲ ਚੌਥੇ ਸਰੂਪ ਵਿੱਚ ਇਉਂ ਫਰਮਾਨ ਕੀਤਾ, ਹਰ ਪ੍ਰਭ ਮੇਰੇ ਬਾਬੁਲਾ, ਹਰ ਦੇਵੋ ਦਾਨ ਮੈਂ ਦਾਜੋ, ਹਰ ਕੱਪੜੋ ਹਰ ਸ਼ੋਭਾ ਦੇਵੋ, ਜਿਤ ਸਵਰੈ ਮੇਰਾ ਕਾਜੋ, ਹਰ ਹਰ ਭਗਤੀ ਕਾਜ ਸੁਹੇਲਾ, ਗੁਰ ਸਤਿਗੁਰ ਦਾਨ ਦਿਵਾਇਆ, ਖੰਡ ਵਰ ਭੰਡ ਹਰ ਸ਼ੋਭਾ ਹੋਈ, ਇਹ ਦਾਨ ਨਾ ਰਲੇ ਰਲਾਇਆ, ਹੋਰ ਮਨਮੁਖ ਦਾਜ ਜੇ ਰੱਖ ਦਿਖਾਲੇ, ਸੋ ਕੂੜ ਅਹੰਕਾਰ ਕੱਚ ਪਾਜੋ, ਹਰ ਪ੍ਰਭ ਮੇਰੇ ਬਾਬੁਲਾ, ਹਰ ਦੇਵੋ ਦਾਨ ਮੈਂ ਦਾਜੋ। ਪੰਨਾ 78। ਅਰਥ, हे ਮੇਰੇ ਪਿਤਾ, ਮੈਂ ਤੈਥੋਂ ਦਾਜ ਮੰਗਦੀ ਹਾਂ, ਮੈਨੂੰ ਹਰੀ ਪ੍ਰਭੂ ਦੇ ਨਾਮ ਦਾ ਦਾਨ ਦੇ, ਮੈਨੂੰ ਇਹੀ ਦਾਨ ਦੇ, ਮੈਨੂੰ ਹਰੀ ਦਾ ਨਾਮ ਹੀ ਦਾਜ ਦੇ ਕੱਪੜੇ ਦੇ, ਮੈਨੂੰ ਹਰੀ ਦਾ ਨਾਮ ਹੀ ਦਾਜ ਦੇ ਗਹਿਣੇ ਆਦਿਕ ਧਨ ਦੇ। ਇਸ ਦਾਜ ਨਾਲ ਮੇਰਾ ਪ੍ਰਭੂ ਪਤੀ ਨਾਲ ਵਿਆਹ ਸੋਹਣਾ ਲੱਗਣ ਲੱਗ ਪਵੇ। ਪਰਮਾਤਮਾ ਦੀ ਭਗਤੀ ਨਾਲ ਹੀ ਵਿਆਹ ਦਾ ਉਦਮ ਸੁਖਦਾਈ ਬਣਦਾ ਹੈ। ਜਿਸ ਜੀਵ ਮੁਟਿਆਰ ਨੂੰ ਸਤਿਗੁਰ ਜੀ ਨੇ ਦਾਨ ਇਹ ਦਾਜ ਦਿਵਾਇਆ ਹੈ, ਹਰੀ ਨਾਮ ਦੇ ਦਾਜ ਨਾਲ ਉਸ ਦੀ ਸ਼ੋਭਾ ਸੰਸਾਰ ਵਿੱਚ ਹੋ ਜਾਂਦੀ ਹੈ। ਇਹ ਦਾਜ ਐਸਾ ਹੈ, ਇਸ ਨਾਲ ਹੋਰ ਕੋਈ ਦਾਜ ਬਰਾਬਰੀ ਨਹੀਂ ਕਰ ਸਕਦਾ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਹੋਰ ਬੰਦੇ ਜਿਹੜਾ ਦਾਜ ਰੱਖ ਕੇ ਵਿਖਾਲਦੇ ਹਨ, ਵਿਖਾਲਾ ਪਾਉਂਦੇ ਹਨ, ਉਹ ਝੂਠਾ ਅਹੰਕਾਰ ਪੈਦਾ ਕਰਨ ਵਾਲਾ ਹੈ। ਉਹ ਕੱਚ ਸਮਾਨ ਹੈ। ਉਹ ਅਜਿਹਾ ਲੋਕ ਵਿਖਾਵਾ ਹੈ ਜੋ ਦੁੱਖਾਂ ਦਾ ਕਾਰਨ ਬਣਦਾ ਹੈ। ਜਿਸ ਨਿਆਰੇ ਗੁਰਦੇਵ ਜੀ ਦੇ ਅਜਿਹੇ ਫਰਮਾਨ ਹਨ, ਅੱਜ ਉਸੇ ਦੇ ਸਿੱਖ ਵਿਆਹ ਸ਼ਾਦੀਆਂ ਵਿੱਚ ਲਗਭਗ ਸਾਰੇ ਟਸਣ ਬ੍ਰਾਹਮਣਾਂ ਵਾਲੇ ਹੀ ਕਰਦੇ ਹਨ। ਬ੍ਰਾਹਮਣ ਦੀ ਥਾਂ ਅੱਜ ਗ੍ਰੰਥੀਆਂ, ਰਾਗੀਆਂ, ਢਾਡੀਆਂ, ਪ੍ਰਚਾਰਕਾਂ, ਤੂੰਬੀ ਵਾਲਿਆਂ ਨੇ ਸਾਂਭੀ ਹੋਈ ਹੈ। ਰਾਮਜਣੀਆਂ ਦੇ ਥਾਂ ਗਾਉਣ ਵਾਲੀਆਂ ਅਤੇ ਧਮਾਲਾਂ ਪਾਉਣ ਵਾਲੀਆਂ ਬੀਬੀਆਂ ਦੇ ਕਈ ਜਥੇ ਬਣ ਚੁੱਕੇ ਹਨ। ਅਜਿਹੇ ਸਮਿਆਂ 'ਤੇ ਹੁਣ ਉਹ ਆਪਣੇ ਹੱਥ ਰੰਗਦੇ ਹਨ। ਜੰਝ ਦਾ ਰਿਵਾਜ ਸਮੇਂ ਦੀ ਲੋੜ ਸੀ। ਉਜਾੜਾਂ ਵਿੱਚ ਦੀ ਲੰਘਦੇ ਪੈਦਲ ਰਸਤੇ ਡਾਕੂਆਂ ਅਤੇ ਖੂਨੀ ਲੁਟੇਰਿਆਂ ਦੇ ਖਤਰਿਆਂ ਨਾਲ ਭਰੇ ਹੁੰਦੇ ਸਨ। ਬਰਾਤੀਆਂ ਨੇ ਨਾ ਵਿਆਹੀ ਬਹੂ ਬੇਟੀ ਨਾਲ ਉਸ ਨੂੰ ਮਿਲਿਆ ਧਨ ਦੌਲਤ ਡਾਕੂਆਂ ਤੋਂ ਬਚਾ ਕੇ ਘਰ ਲਿਆਉਣਾ ਹੁੰਦਾ ਸੀ। ਕਈ ਵਾਰੀ ਰਸਤੇ ਵਿੱਚ ਜਾਨਾਂ ਵਾਰਨੀਆਂ ਪੈ ਜਾਂਦੀਆਂ ਸਨ। ਅੱਜ ਸ਼ਰਾਬਾਂ ਪੀਣ ਲਈ ਅਤੇ ਚੋਖਾ ਖਾਣ ਦਾ ਧਿੰਗਾਣੇ ਦਾ ਖਰਚ ਵਧਾਉਣ ਲਈ ਜਾਨੀਆਂ ਦੀ ਧਾੜ ਨਾਲ ਹੋ ਤੁਰਦੀ ਹੈ। ਲਾਗੀਆਂ ਦੇ ਲਾਗ
ਅਤੇ ਹੋਰ ਕਈ ਤਰ੍ਹਾਂ ਦੇ ਖਰਚ ਉਹੀ ਹਨ ਜਿਹੜੇ ਬ੍ਰਾਹਮਣ ਨੇ ਚਾਲੂ ਕੀਤੇ ਹੋਏ ਸਨ। ਦਾਨ ਦੀ ਲਾਹਨਤ ਦਿਨੋਂ ਦਿਨ ਜ਼ੋਰ ਫੜਦੀ ਜਾ ਰਹੀ ਹੈ। ਥਿੱਤਾਂ, ਵਾਰਾਂ, ਦਿਨਾਂ, ਮਹੂਰਤਾਂ ਦਾ ਭਰਮ ਵੀ ਉਵੇਂ ਦਾ ਹੀ ਹੈ। ਲਾਵਾਂ 12 ਵਜੇ ਤੋਂ ਪਹਿਲਾਂ ਕਰਵਾ ਲੈਣ ਲਈ ਘਰ ਵਾਲੇ ਰੌਲਾ ਪਾ ਰਹੇ ਹੁੰਦੇ ਹਨ। ਕੌਣ ਦੱਸੇ ਕਿ ਸੰਸਾਰ ਵਿੱਚ ਕਿਤੇ ਨਾ ਕਿਤੇ ਅਜੇ 12 ਨਹੀਂ ਵੱਜੇ ਹੁੰਦੇ। ਦਿਨਾਂ ਮਹੂਰਤਾਂ ਦੀ ਚੋਣ ਵਿਅਰਥ ਹੈ। ਵਾਸਤਵ ਵਿੱਚ ਅਸੀਂ ਹਰ ਪੱਖੋਂ ਬ੍ਰਾਹਮਣ ਦੀ ਹੀ ਛਤਰ ਛਾਇਆ ਵਿੱਚ ਜਾ ਬਰਾਜੇ ਹਨ, ਪਰ ਸਿੱਖ ਪੰਥ ਵਿੱਚ ਅਜਿਹੀ ਢਿੱਲ ਆ ਜਾਣ ਦਾ ਕਾਰਨ ਪੰਥ ਵੱਲੋਂ ਤਿਆਰ ਕੀਤੀ ਸਿੱਖ ਰਹਿਤ ਮਰਜ਼ਾਦਾ ਵਿਚਲੀ ਕਰਮ ਸੂਚੀ ਹੀ ਹੈ। ਪੰਥਕ ਸਿੱਖ ਰਹਿਤ ਮਰਜ਼ਾਦਾ ਐਡੀਸ਼ਨ 1979 ਦੇ 19 ਸਫ਼ੇ 'ਤੇ ਆਨੰਦ ਸੰਸਕਾਰ ਇਸ ਪ੍ਰਕਾਰ ਲਿਖੇ ਹਨ। ਨੰਬਰ 2, ਆਨੰਦ ਸੰਸਕਾਰ। ਊੜਾ, ਸਿੱਖ ਸਿੱਖਣੀ ਦਾ ਵਿਆਹ ਬਿਨਾਂ ਜਾਤ ਪਾਤ ਗੋਤ ਵਿਚਾਰੇ ਦੇ ਹੋਣਾ ਚਾਹੀਏ। ਐੜਾ, ਸਿੱਖ ਦੀ ਪੁੱਤਰੀ ਦਾ ਵਿਆਹ ਸਿੱਖ ਨਾਲ ਹੀ ਹੋਵੇ। ਈੜੀ, ਸਿੱਖ ਦਾ ਵਿਆਹ ਆਨੰਦ ਰੀਤੀ ਨਾਲ ਹੀ ਕਰਨਾ ਚਾਹੀਏ। ਸੱਸਾ, ਲੜਕੀ ਲੜਕੇ ਦਾ ਵਿਆਹ ਬਚਪਨ ਵਿੱਚ ਕਰਨਾ ਵੀ ਵਰਜਿਤ ਹੈ। ਹਾਹਾ, ਜਦ ਲੜਕੀ ਸਰੀਰ, ਮਨ ਤੇ ਆਚਾਰ ਕਰਕੇ ਵਿਆਹ ਕਰਨ ਯੋਗ ਹੋ ਜਾਵੇ ਤਾਂ ਕਿਸੇ ਚੰਗੇ ਸਿੱਖ ਨਾਲ ਆਨੰਦ ਪੜ੍ਹਾਇਆ ਜਾਵੇ। ਕੱਕਾ, ਆਨੰਦ ਤੋਂ ਪਹਿਲਾਂ ਕੁੜਮਾਈ ਦੀ ਰਸਮ ਜ਼ਰੂਰੀ ਨਹੀਂ, ਪਰ ਜੇ ਕਰਨੀ ਹੋਵੇ ਤਾਂ ਲੜਕੀ ਵਾਲੇ ਕਿਸੇ ਦਿਨ ਸੰਗਤ ਜੋੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਅਰਦਾਸਾ ਸੋਧ ਕੇ ਇੱਕ ਕਿਰਪਾਨ, ਕੜਾ ਤੇ ਕੁਝ ਮਿੱਠਾ ਲੜਕੇ ਦੇ ਪੱਲੇ ਪਾ ਦੇਣ। ਖੱਖਾ, ਆਨੰਦ ਦਾ ਦਿਨ ਮੁਕਰਰ ਕਰਨ ਲੱਗਿਆਂ ਕੋਈ ਥਿੱਤਵਾਰ ਚੰਗੇ ਮੰਦੇ ਦਿਨ ਦੀ ਖੋਜ ਕਰਨ ਲਈ ਪੱਤਰੀ ਵਾਚਣਾ ਮਨਮਤ ਹੈ। ਕੋਈ ਦਿਨ ਜੋ ਦੋਹਾਂ ਧਿਰਾਂ ਨੂੰ ਆਪਸ ਵਿੱਚ ਸਲਾਹ ਕਰਕੇ ਚੰਗਾ ਦਿਸੇ ਨਿਯਤ ਕਰ ਲੈਣਾ ਚਾਹੀਦਾ ਹੈ। ਗੱਗਾ, ਸਿਹਰਾ, ਮੁਕਟ ਜਾਂ ਗਾਨਾ ਬੰਨ੍ਹਣਾ, ਪਿੱਤਰ ਪੂਜਣੇ, ਕੱਚੀ ਲੱਸੀ ਵਿੱਚ ਪੈਰ ਪਾਉਣੇ, ਬੇਰੀ ਜਾਂ ਜੰਡੀ ਵੱਢਣੀ, ਘੜੋਲੀ ਭਰਨੀ, ਰੁੱਸ ਕੇ ਜਾਣਾ, ਛੰਦ ਪੜ੍ਹਨਾ, ਹਵਨ ਕਰਨਾ, ਵੇਦੀ ਗੱਡਣੀ, ਵੇਸਵਾ ਦਾ ਨਾਚ, ਸ਼ਰਾਬ ਆਦਿ ਮਨਮਤ ਹੈ। ਘੱਗਾ, ਜਿਤਨੇ ਥੋੜ੍ਹੇ ਆਦਮੀ ਲੜਕੀ ਵਾਲਾ ਮੰਗਾਵੇ ਉਤਨੇ ਨਾਲ ਲੈ ਕੇ ਲੜਕਾ ਸਹੁਰੇ ਕਰ ਜਾਵੇ। ਦੋਹੀਂ ਪਾਸੀਂ ਗੁਰਬਾਣੀ ਦੇ ਸ਼ਬਦ ਗਾਏ ਜਾਣ ਤੇ ਫਤਿਹ ਗਜਾਈ ਜਾਵੇ। ਨੰਗਾ, ਵਿਆਹ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਦੀਵਾਨ ਲੱਗੇ, ਸੰਗਤ ਜਾਂ ਰਾਗੀ ਕੀਰਤਨ ਕਰਨ, ਫਿਰ ਲੜਕੀ ਤੇ ਲੜਕਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਬਿਠਾਏ ਜਾਣ। ਲੜਕੀ ਲੜਕੇ ਦੇ ਖੱਬੇ ਪਾਸੇ ਬੈਠੇ ਸੰਗਤ ਦੀ ਆਗਿਆ ਲੈ ਕੇ ਆਨੰਦ ਪੜ੍ਹਾਉਣ ਵਾਲਾ ਸਿੱਖ ਮਰਦ ਜਾਂ ਇਸਤਰੀ ਲੜਕੇ ਲੜਕੀ ਤੇ ਉਹਨਾਂ ਦਿਆਂ ਮਾਪਿਆਂ ਜਾਂ ਸਰਬਰਾਹਾਂ ਨੂੰ ਖੜਾ ਕਰਕੇ ਆਨੰਦ ਦੇ ਆਰੰਭ ਦਾ ਅਰਦਾਸਾ ਸੋਧੇ। ਫਿਰ ਉਹ ਲੜਕੇ ਲੜਕੀ ਨੂੰ ਗੁਰਮਤਿ ਅਨੁਸਾਰ ਗ੍ਰਸਥ ਧਰਮ ਦੇ ਫਰਜ਼ਾਂ ਦਾ ਉਪਦੇਸ਼ ਕਰੇ। ਪਹਿਲੇ ਦੋਹਾਂ ਨੂੰ ਸਾਂਝਾ ਉਪਦੇਸ਼ ਕਰੇ, ਜਿਸ ਵਿੱਚ ਸੂਹੀ ਰਾਗ ਦੀਆਂ ਲਾਵਾਂ ਦੇ ਭਾਵ ਅਨੁਸਾਰ ਪਤੀ ਪਤਨੀ ਦੇ ਸਬੰਧ ਨੂੰ ਜੀਵ ਆਤਮਾ ਦੇ ਪਿਆਰ ਦੇ ਨਮੂਨੇ ਉੱਤੇ ਢਾਲਣ ਦੀ ਵਿਧੀ ਦੱਸੇ। ਆਪਸ ਵਿੱਚ ਪ੍ਰੇਮ ਦੁਆਰਾ ਏਕ ਜੋਤ ਤੋਂ ਇਹ ਮੂਰਤੀ ਹੋਣਾ ਦੱਸੇ ਤੇ ਇਸ ਤਰ੍ਹਾਂ ਗ੍ਰਸਥ ਧਰਮ ਨਿਭਾਉਂਦੇ ਹੋਏ ਆਪਣੇ ਸਾਂਝੇ ਭਰਤਾ ਅਕਾਲ ਪੁਰਖ ਨਾਲ ਇੱਕਮਿਕ ਹੋਣਾ ਦ੍ਰਿੜਾਵੇ। ਦੋਹਾਂ ਨੇ ਇਸ ਸੰਜੋਗ ਨੂੰ ਮਨੁੱਖਾ ਜਨਮ ਦੀ ਯਾਤਰਾ ਨੂੰ ਸਫਲਤਾ ਨਾਲ ਨਿਭਾਉਣ ਦਾ ਸਾਧਨ ਬਣਾਉਣਾ ਹੈ। ਦੋਹਾਂ ਨੇ ਇਸ ਸੰਜੋਗ ਦੇ ਰਾਹੀਂ ਪਵਿੱਤਰ ਤੇ ਗੁਰਮੁਖੀ ਜੀਵਨ ਬਿਤਾਉਣਾ ਹੈ। ਫਿਰ ਲੜਕੇ ਤੇ ਲੜਕੀ ਨੂੰ ਆਪੋ ਆਪਣੇ ਵੱਖੋ ਵੱਖਰੇ ਗ੍ਰਸਥ ਧਰਮ ਦੇ ਫਰਜ਼ ਦੱਸੇ ਜਾਣ। ਵਰ ਨੂੰ ਦੱਸਿਆ ਜਾਵੇ ਕਿ ਲੜਕੀ ਵਾਲਿਆਂ ਨੇ ਤੁਹਾਨੂੰ ਹੀ ਸਭ ਤੋਂ ਯੋਗ ਜਾਣ ਕੇ ਵਰ ਚੁਣਿਆ ਹੈ। ਆਪ ਨੇ ਆਪਣੀ ਪਤਨੀ ਨੂੰ ਅਰਧੰਗਨੀ ਜਾਣ ਕੇ ਸਾਰੀਆਂ ਅਵਸਥਾਵਾਂ ਵਿੱਚ ਇੱਕੋ ਜਿਹਾ ਪਿਆਰ ਕਰਨਾ ਹੈ ਤੇ ਵੰਡ ਛਕਣਾ ਹੈ। ਇਸ ਦੇ ਸਰੀਰ ਤੇ ਇੱਜ਼ਤ ਦੇ ਰਾਖੇ ਤੁਸੀਂ ਹੋ। ਇਸਤਰੀ ਵਰਤ ਧਰਮ ਵਿੱਚ ਪੱਕੇ ਰਹਿਣਾ। ਇਸ ਦੇ ਮਾਤਾ ਪਿਤਾ ਤੇ ਸੰਬੰਧੀਆਂ ਨੂੰ ਆਪਣੇ ਮਾਤਾ ਪਿਤਾ ਤੇ ਸੰਬੰਧੀਆਂ ਤੁਲ ਆਦਰ ਦੇਣਾ ਹੈ। ਕੰਨਿਆ ਨੂੰ ਦੱਸਿਆ ਜਾਵੇ ਕਿ ਆਪ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਸੰਗਤ ਦੇ ਹਜ਼ੂਰ ਇਸ ਸੱਜਣ ਦੇ ਲੜ ਲਾਇਆ ਹੈ। ਆਪ ਇਹਨਾਂ ਦੇ ਨਿਰਮਲ ਭਾਵ ਵਿੱਚ ਰਹਿੰਦੇ ਹੋਏ ਇਹਨਾਂ ਨੂੰ ਹੀ ਆਪਣੇ ਸਾਰੇ ਪ੍ਰੇਮ ਤੇ ਸ਼ਰਧਾ ਦਾ ਮਾਲਕ ਸਮਝਣਾ। ਦੁੱਖ ਸੁੱਖ ਦੇਸ ਪਰਦੇਸ ਵਿੱਚ ਆਪਣੇ ਪਤੀ ਵਰਤਾ ਧਰਮ ਵਿੱਚ ਪੱਕੇ ਰਹਿਣ ਤੇ ਸੇਵਾ ਕਰਨੀ। ਇਸ ਦੇ ਮਾਤਾ ਪਿਤਾ ਤੇ ਸੰਬੰਧੀਆਂ ਨੂੰ ਆਪਣੇ ਮਾਤਾ ਪਿਤਾ ਤੇ ਸੰਬੰਧੀਆਂ ਵਾਂਗ ਜਾਣਨਾ। ਉਪਦੇਸ਼ ਦੀਆਂ ਗੱਲਾਂ ਪ੍ਰਵਾਨ ਕਰਦੇ ਹੋਏ ਵਰ ਤੇ ਕੰਨਿਆ ਦੋਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਣ। ਫਿਰ ਲੜਕੀ ਦਾ ਪਿਤਾ ਜਾਂ ਮੁਖੀ ਸੰਬੰਧੀ ਲੜਕੇ ਦਾ ਪੱਲਾ ਲੜਕੀ ਦੇ ਹੱਥ ਫੜਾਵੇ ਤੇ ਤਾਬਿਆ ਬੈਠਾ ਸੱਜਣ ਸੂਹੀ ਮਹੱਲਾ ਚੌਥਾ ਵਿੱਚ ਦਿੱਤੀਆਂ ਲਾਵਾਂ ਦਾ ਪਾਠ ਸੁਣਾਵੇ।
ਹਰੇਕ ਲਾਮ ਦਾ ਪਾਠ ਹੋਣ ਮਗਰੋਂ ਅੱਗੇ ਵਰ ਤੇ ਪਿੱਛੇ ਕੰਨਿਆ ਵਰ ਦਾ ਪੱਲਾ ਫੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ 4 ਪਰਿਕਰਮਾ ਕਰਨ। ਪਰਿਕਰਮਾ ਕਰਨ ਸਮੇਂ ਰਾਗੀ ਜਾਂ ਸੰਗਤ ਲਾਵਾਂ ਨੂੰ ਕ੍ਰਮ ਅਨੁਸਾਰ ਸੁਰ ਨਾਲ ਗਾਈ ਜਾਣ ਅਤੇ ਵਰ ਕੰਨਿਆ ਹਰ ਇੱਕ ਲਾਮ ਮਗਰੋਂ ਮੱਥਾ ਟੇਕ ਕੇ ਅਗਲੀ ਲਾਮ ਸੁਣਨ ਲਈ ਖੜ੍ਹੇ ਹੋ ਜਾਣ। ਉਪਰੰਤ ਉਹ ਮੱਥਾ ਟੇਕ ਕੇ ਆਪਣੀ ਥਾਂ 'ਤੇ ਬੈਠ ਜਾਣ ਅਤੇ ਰਾਗੀ ਸਿੰਘ ਜਾਂ ਆਨੰਦ ਕਰਾਉਣ ਵਾਲਾ ਆਨੰਦ ਸਾਹਿਬ ਦੀਆਂ ਪਹਿਲੀਆਂ 5 ਪੌੜੀਆਂ ਅਤੇ ਅੰਤਲੀ 1 ਪੌੜੀ ਦਾ ਪਾਠ ਕਰੇ। ਫਿਰ ਆਨੰਦ ਦੀ ਸਮਾਪਤੀ ਦਾ ਅਰਦਾਸਾ ਸੋਧਿਆ ਜਾਵੇ। ਚੱਚਾ, ਅਨਮਤ ਦੂਜੇ ਧਰਮ ਵਾਲਿਆਂ ਦਾ ਵਿਆਹ ਆਨੰਦ ਰੀਤੀ ਨਾਲ ਨਹੀਂ ਹੋ ਸਕਦਾ। ਛੱਛਾ, ਲੜਕੇ ਜਾਂ ਲੜਕੀ ਦਾ ਸੰਜੋਗ ਪੈਸਾ ਲੈ ਕੇ ਨਾ ਕਰੋ। ਜੱਜਾ, ਜੋ ਬਾਲਕੀ ਦੇ ਮਾਪੇ ਕਦੇ ਕਦਾਈ ਸਬੱਬ ਪਾਏ ਕਿ ਬਾਲਕੀ ਦੇ ਗ੍ਰਹਿ ਵਿਖੇ ਜਾਣ ਅਤੇ ਉੱਥੇ ਪ੍ਰਸ਼ਾਦ ਤਿਆਰ ਹੋਵੇ ਤਾਂ ਖਾਣ ਤੋਂ ਸੰਕੋਚਣਾ ਨਹੀਂ। ਅੰਨ ਨਾ ਖਾਣਾ ਸਭ ਭਰਮ ਹੈ। ਖਾਲਸੇ ਨੂੰ ਖਾਣਾ ਖਿਲਾਵਣਾ ਸ੍ਰੀ ਗੁਰੂ ਬਾਬੇ ਅਕਾਲ ਪੁਰਖ ਬਖਸ਼ਿਆ ਹੈ। ਬੇਟੀ ਬੇਟੇ ਵਾਲੇ ਆਪਸ ਵਿੱਚ ਖਾਂਦੇ ਰਹਿਣ, ਇਸ ਵਾਸਤੇ ਜੋ ਗੁਰੂ ਨੇ ਦੋਵੇਂ ਸਾਕ ਇੱਕ ਕੀਤੇ ਹਨ। ਪ੍ਰੇਮ ਸੁਮਾਰਗ। ਝੱਜਾ, ਜਿਸ ਇਸਤਰੀ ਦਾ ਭਰਤਾ ਕਾਲਵਸ ਹੋ ਜਾਵੇ ਉਹ ਚਾਹੇ ਤਾਂ ਜੋਗਵਰ ਦੇਖ ਕੇ ਪੁਨਰ ਸੰਜੋਗ ਕਰ ਲਵੇ। ਸਿੱਖ ਦੀ ਇਸਤਰੀ ਮਰ ਜਾਵੇ ਤਾਂ ਉਸ ਲਈ ਵੀ ਇਹੋ ਹੁਕਮ ਹੈ। ਨਿਆਂਆਂ, ਪੁਨਰ ਵਿਆਹ ਦੀ ਵੀ ਉਹ ਰੀਤ ਹੈ ਜੋ ਆਨੰਦ ਲਈ ਉੱਤੇ ਦੱਸੀ ਹੈ। ਟੈਂਕਾ, ਆਮ ਹਾਲਤਾਂ ਵਿੱਚ ਸਿੱਖ ਨੂੰ ਇੱਕ ਇਸਤਰੀ ਦੇ ਹੁੰਦਿਆਂ ਦੂਜਾ ਵਿਆਹ ਨਹੀਂ ਕਰਨਾ ਚਾਹੀਏ। ਠੱਠਾ, ਅੰਮ੍ਰਿਤਧਾਰੀ ਸਿੰਘ ਨੂੰ ਚਾਹੀਦਾ ਹੈ ਕਿ ਆਪਣੀ ਸਿੰਘਣੀ ਨੂੰ ਵੀ ਅੰਮ੍ਰਿਤ ਛਕਾ ਲਵੇ। ਆਨੰਦ ਸੰਸਕਾਰਾਂ ਵਿੱਚ ਭਾਵੇਂ ਕਈ ਬ੍ਰਾਹਮਣੀ ਰੀਤਾਂ ਦੀ ਮਨਾਹੀ ਕੀਤੀ ਹੋਈ ਹੈ, ਪਰ ਠੱਠਾ ਅੱਖਰ ਤੱਕ 17 ਤਰ੍ਹਾਂ ਦੀ ਸੂਚੀ ਬਣ ਜਾਣ ਨਾਲ ਅਜਿਹੀ ਸੂਚੀ ਵਿੱਚ ਕਈ ਵਾਧੇ ਹੋ ਜਾਣੇ ਕੁਦਰਤੀ ਗੱਲ ਸੀ। ਇਹੀ ਕਾਰਨ ਹੈ ਕਿ ਵਿਆਹ ਸ਼ਾਦੀਆਂ ਸਮੇਂ ਵਰਤ ਰਹੀਆਂ ਕਈ ਤਰ੍ਹਾਂ ਦੀਆਂ ਸ਼ਰਮਨਾਕ ਘਟਨਾਵਾਂ ਪੰਥ ਕਹਾਣੀ ਦਾ ਕਾਰਨ ਬਣਦੀਆਂ ਆ ਰਹੀਆਂ ਹਨ। ਭਾਗ 10ਵਾਂ। ਨਿਆਰੇ ਪੰਥ ਲਈ ਨਿਆਰੀ ਆਨੰਦ ਮਰਜ਼ਾਦਾ। ਹਿੰਦੂ ਪੂਜੈ ਦੇਹੁਰਾ, ਮੁਸਲਮਾਨ ਮਸੀਤ, ਨਾਮੇ ਸੋਈ ਸੇਵਿਆ, ਜਹ ਦੇਹੁਰਾ ਨਾ ਮਸੀਤ। ਪੰਨਾ 875। ਹੋਰ ਸਾਰੇ ਧਰਮਾਂ ਤੋਂ ਨਿਆਰੇ, ਹਰਖ ਸੋਗ ਅਥਵਾ ਮਾਨ ਅਪਮਾਨ ਤੋਂ ਵੀ ਨਿਆਰੇ, ਹਰਖ ਸੋਗ ਤੇ ਰਹੇ ਨਿਆਰੋ, ਨਾਹੀਂ ਮਾਨ ਅਪਮਾਨਾ। ਪੰਨਾ 633। ਖਾਲਸਾ ਜੀ ਨੂੰ ਵਿਆਹ ਕਰਨ ਬਾਰੇ ਗੁਰਮਤ ਦਾ ਆਸ਼ਾ ਸੰਸਕਾਰ ਪਦ ਵਰਤਣ ਤੋਂ ਬਿਨਾਂ ਵੀ ਸਮਝਾਇਆ ਜਾ ਸਕਦਾ ਸੀ। ਸੱਜੇ ਜਾਂ ਖੱਬੇ ਬੈਠਣ ਦੀ ਵਿਧੀ, ਪੱਲਾ ਫੜਾਉਣ, ਫੇਰੇ ਲੈਣੇ, ਬੀਬੀ ਪਿੱਛੇ ਤੇ ਕਾਕਾ ਅੱਗੇ ਤੁਰਨ ਦੀ ਗੱਲ ਵਿੱਚ ਹਰ ਫੇਰੇ ਸਮੇਂ ਪਹਿਲੀ, ਦੂਜੀ, ਤੀਜੀ ਅਤੇ ਚੌਥੀ ਲਾਮ ਦਾ ਗਾਇਨ, ਫੇਰੇ ਉਪਰੰਤ ਮੱਥਾ ਟੇਕ ਕੇ ਖੜ੍ਹੇ ਹੋ ਜਾਣ ਵਾਲੀ ਪਾਬੰਦੀ ਆਦਿ ਲੰਬੀ ਚੌੜੀ ਕਿਰਿਆ ਸੂਚੀ ਤਿਆਰ ਕੀਤੀ ਜਾਣ ਦੀ ਲੋੜ ਪੈਣੀ ਭਾਵੇਂ ਪ੍ਰੋਤਵਾਦੀ ਰੁਚੀ ਹੀ ਹੈ, ਫਿਰ ਵੀ ਸ਼ੁਕਰ ਹੈ ਕਿ ਇੱਥੇ ਗੁਰੂ ਪੰਥ ਨੇ ਜਨਮ ਸੰਸਕਾਰ ਵਾਂਗ ਕੋਈ ਵਿਸ਼ੇਸ਼ ਗੁਰਬਾਣੀ ਸ਼ਬਦ ਪੜ੍ਹੇ ਜਾਣ ਦੀ ਜਾਂ ਗਾਏ ਜਾਣ ਦੀ ਮਰਜ਼ਾਦਾ ਨਹੀਂ ਲਿਖੀ। ਲਾਵਾਂ ਦੀ ਬਾਣੀ ਨੂੰ ਵੀ ਬਦੋ ਬਦੀ ਖਿੱਚ ਧੂ ਕੇ ਸੰਸਾਰੀ ਵਿਆਹ ਨਾਲ ਜੋੜਿਆ ਹੋਇਆ ਹੈ। ਉਂਝ ਇਸ ਪਾਵਨ ਬਾਣੀ ਵਿੱਚ ਵੀ ਜਗਿਆਸੂ ਨੂੰ ਪਰਮਾਤਮਾ ਨਾਲ ਇੱਕਮਿਕ ਹੋਣ ਦੀ ਹੀ ਵਿਧੀ ਸਮਝਾਈ ਹੋਈ ਹੈ। ਸੋ ਕਾਕਾ ਕਾਕੀ ਦੀ ਸ਼ਾਦੀ ਕਰਨ ਲਈ ਲਾਵਾਂ ਗੁਰਬਾਣੀ ਦੀ ਅਜਿਹੀ ਵਰਤੋਂ ਗੁਰੂ ਬਾਣੀ ਦੀ ਅਥਵਾ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ 11ਵੀਂ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਤੇ ਅਸੀਂ ਬੇਅਦਬੀ ਤਾਂ ਨਹੀਂ ਕਰ ਰਹੇ ਹੁੰਦੇ। ਇਸ ਸ਼ੰਕੇ ਦੀ ਨਿਵਰਤੀ ਲਈ ਤੇਜਾ ਸਿੰਘ ਸਮੁੰਦਰੀ ਹਾਲ ਅੰਮ੍ਰਿਤਸਰ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਪਹਿਲੀ ਚਿੱਠੀ ਮਿਤੀ 10/1997 ਨੂੰ ਅਤੇ ਦੂਜੀ ਚਿੱਠੀ 21 ਜੁਲਾਈ 1997 ਨੂੰ ਲਿਖੀ ਸੀ, ਪਰ ਅੱਜ ਜੂਨ 1998 ਤੱਕ ਕਿਸੇ ਪ੍ਰਕਾਰ ਦਾ ਕੋਈ ਉੱਤਰ ਨਹੀਂ ਆਇਆ। ਭਾਈ ਵੀਰ ਸਿੰਘ ਜੀ ਨੇ ਸ੍ਰੀ ਅਸ਼ਟਗੁਰ ਚਮਤਕਾਰ ਭਾਗ ਪਹਿਲੇ ਦੇ 191 ਸਫ਼ੇ 'ਤੇ ਮੱਥੋ ਮੁਰਾਰੀ ਸਰਲੇਖ ਹੇਠ ਸੂਰਜ ਪ੍ਰਕਾਸ਼ ਦੇ ਹਵਾਲੇ ਨਾਲ ਕਥਾ ਲਿਖੀ ਹੈ। ਪ੍ਰੇਮਾ ਨਾਮੀ ਯਤੀਮ ਨੂੰ ਬਾਲ ਉਮਰਾਂ ਵਿੱਚ ਹੀ ਕੋੜ ਜਿਹੀ ਭੈੜੀ ਬਿਮਾਰੀ ਹੋ ਗਈ। ਲੋਕਾਂ ਦਾ ਦੁਰਕਾਰਿਆ ਹੋਇਆ ਦੁਖਿਆਰਾ ਅਤੇ ਨਿਆਸਰਾ ਪ੍ਰੇਮਾ ਸਤਿਗੁਰਾਂ ਦੀ ਸ਼ੋਭਾ ਸੁਣ ਕੇ ਰੁਲਦਾ ਢੈਂਦਾ ਸ੍ਰੀ ਗੋਇੰਦਵਾਲ ਸਾਹਿਬ ਪੁੱਜ ਗਿਆ। ਪਤਾ ਲੱਗਾ ਕਿ ਕੁਸ਼ਤੀ ਨੂੰ ਦੀਵਾਨ ਵਿੱਚ ਬੈਠਣ ਦੀ ਆਗਿਆ ਨਹੀਂ ਹੈ। ਸ੍ਰੀ ਗੁਰੂ ਅਮਰਦਾਸ ਜੀ ਦੇ ਦੁਆਰੇ ਦੀਵਾਨ ਵਾਲੀ ਜਗ੍ਹਾ ਤੋਂ ਬਾਹਰ ਸਾਹਮਣੇ ਬਾਲਕ ਕੋੜੀ ਪ੍ਰੇਮਾ ਡੇਰੇ ਲਾ ਬੈਠਾ। ਕੋਈ ਪ੍ਰੇਮੀ ਗੁਰੂ ਦੇ ਲੰਗਰ ਵਿੱਚੋਂ ਪ੍ਰਸ਼ਾਦਾ ਦੇ ਜਾਂਦਾ ਅਤੇ ਕਿਸੇ ਗੁਰੂ ਸਵਾਰੇ ਕੋਲੋਂ ਪ੍ਰੇਮਾ ਗੁਰੂ ਬਾਣੀ ਸਿੱਖਦਾ।
ਹੌਲੀ ਹੌਲੀ ਭਾਈ ਪ੍ਰੇਮਾ ਗੁਰਮਤਿ ਦਾ ਗਿਆਤਾ ਬਣਦਾ ਗਿਆ ਅਤੇ ਸੱਚੀ ਪ੍ਰੇਮਾ ਭਗਤੀ ਤੋਂ ਸਤਿਗੁਰਾਂ ਦੀ ਮਿਹਰ ਦਾ ਪਾਤਰ ਬਣ ਗਿਆ। ਇੱਕ ਦਿਨ ਸਤਿਗੁਰਾਂ ਨੇ ਆਪਣੇ ਲਈ ਆਏ ਇਸ਼ਨਾਨ ਵਾਲੇ ਜਲ ਨਾਲ ਪ੍ਰੇਮੇ ਨੂੰ ਇਸ਼ਨਾਨ ਕਰਾਉਣ ਦੀ ਆਗਿਆ ਦਿੱਤੀ। ਸਤਿਗੁਰਾਂ ਦੀ ਕਿਰਪਾ ਦ੍ਰਿਸ਼ਟੀ ਨਾਲ ਪ੍ਰੇਮਾ ਅਰੋਗ ਹੋ ਗਿਆ ਅਤੇ ਸਤਿਗੁਰਾਂ ਦੇ ਭੇਜੇ ਸੁੰਦਰ ਸਵੱਛ ਪੁਸ਼ਾਕੇ ਪਹਿਨ ਕੇ ਦਰਬਾਰ ਵਿੱਚ ਸਤਿਗੁਰਾਂ ਦੇ ਚਰਨੀ ਆ ਲੱਗਾ। ਸੁੰਦਰ ਸੁਡੋਲ ਸਰੀਰ ਵੇਖ ਕੇ ਸਤਿਗੁਰਾਂ ਨੇ ਉਸ ਦਾ ਨਾਮ ਮੁਰਾਰੀ ਰੱਖ ਕੇ ਸੰਗਤ ਵਿੱਚੋਂ ਕਿਸੇ ਵਰ ਦੀ ਮੰਗ ਕੀਤੀ। ਭਾਈ ਸ਼ੀਹਾਂ ਓਪਲ ਘਰੋਂ ਆਪਣੀ ਪੁੱਤਰੀ ਬੀਬੀ ਮੱਥੋ ਨੂੰ ਲੈ ਕੇ ਆਇਆ। ਸਤਿਗੁਰਾਂ ਨੇ ਉਸ ਵੇਲੇ ਗ੍ਰਸਥ ਜੀਵਨ ਬਾਰੇ ਲਾਹੇਵੰਦ ਉਪਦੇਸ਼ ਦੇ ਕੇ ਮੱਥੋ ਮੁਰਾਰੀ ਨੂੰ ਪਤੀ ਪਤਨੀ ਬਣਾ ਦਿੱਤਾ। ਜੋ ਗੁਰਮਤਿ ਉਪਦੇਸ਼ ਦੇਣ ਉਪਰੰਤ ਉਹਨਾਂ ਨੂੰ ਮੰਜੀ ਸੌਂਪ ਕੇ ਗੁਰਮਤਿ ਦੇ ਪ੍ਰਚਾਰਕ ਬਣਾਇਆ। ਮੱਥੋ ਮੁਰਾਰੀ ਗਾਥਾ ਦਾ ਸੰਖੇਪ ਮਹਾਨ ਕੋਸ਼ ਦੇ 945 ਸਫ਼ੇ 'ਤੇ ਇਸ ਪ੍ਰਕਾਰ ਲਿਖਿਆ ਹੋਇਆ ਹੈ। ਜ਼ਿਲ੍ਹਾ ਲਾਹੌਰ ਦੇ ਖਾਈ ਪਿੰਡ ਦਾ ਵਸਨੀਕ ਪ੍ਰੇਮਾ ਖੱਤਰੀ ਜੋ ਕੋਹੜੀ ਸੀ, ਸ੍ਰੀ ਗੁਰੂ ਅਮਰਦਾਸ ਜੀ ਦੀ ਕਿਰਪਾ ਨਾਲ ਅਰੋਗ ਹੋਇਆ। ਸਤਿਗੁਰੂ ਜੀ ਨੇ ਇਸ ਦਾ ਨਾਮ ਮੁਰਾਰੀ ਰੱਖਿਆ। ਸਿੰਘੇ ਉਪਲ ਖੱਤਰੀ ਨੇ ਗੁਰੂ ਸਾਹਿਬ ਦੀ ਆਗਿਆ ਅਨੁਸਾਰ ਮੁਰਾਰੀ ਨੂੰ ਆਪਣੀ ਪੁੱਤਰੀ ਮੱਥੋ ਵਿਆਹ ਦਿੱਤੀ। ਇਸ ਉੱਤਮ ਜੋੜੀ ਨੇ ਗੁਰਮਤਿ ਦਾ ਭਾਰੀ ਪ੍ਰਚਾਰ ਕੀਤਾ ਔਰ ਦੋਹਾਂ ਦਾ ਸੰਮਿਲਿਤ ਨਾਮ ਇਤਿਹਾਸ ਵਿੱਚ ਪ੍ਰਸਿੱਧ ਹੋਇਆ। ਗੁਰੂ ਸਾਹਿਬ ਨੇ ਮੱਥੋ ਮੁਰਾਰੀ ਨੂੰ ਪ੍ਰਚਾਰਕ ਦੀ ਮੰਜੀ ਬਖਸ਼ੀ। ਉਪਰੋਕਤ ਤੱਥਾਂ ਤੋਂ ਸਿੱਧ ਹੁੰਦਾ ਹੈ ਕਿ ਸਤਿਗੁਰਾਂ ਜੀ ਨੇ ਬਿਨਾਂ ਕੁੜਮਾਈ ਮੰਗਣੇ ਮਿਲਣੀ ਆਦਿ ਵਿਅਰਥ ਦੀਆਂ ਰਸਮਾਂ ਦੇ ਦੋ ਪਰਿਵਾਰਾਂ ਵਿੱਚ ਨਾਤਾ ਜੋੜਨ ਦੀ ਮਰਜ਼ਾਦਾ ਬਣਾਈ ਸੀ। ਗੁਰੂ ਦਰਬਾਰ ਵਿੱਚ ਸੱਜੇ ਖੱਬੇ ਦੇ ਵਿਚਾਰ ਨਾਲ ਬੱਚਿਆਂ ਨੂੰ ਬਿਠਾ ਕੇ ਪੱਲਾ ਫੜਾਉਣ ਦੀ ਅਤੇ ਫੇਰੇ ਲੈਣ ਦੀਆਂ ਬ੍ਰਾਹਮਣੀ ਰਸਮਾਂ ਦੀਆਂ ਬੰਦਸ਼ਾਂ ਤੋਂ ਨਿਰਲੇਪ ਕੇਵਲ ਬੱਚਿਆਂ ਨੂੰ ਗੁਰਮੁਖਾਂ ਵਾਲੇ ਗ੍ਰਸਤੀ ਜੀਵਨ ਵਿੱਚ ਸੁਖੀ ਰਹਿਣ ਦਾ ਉਪਦੇਸ਼ ਸਮਝਾਉਣ ਵਿੱਚ ਪਤੀ ਪਤਨੀ ਘੋਸ਼ਿਤ ਕਰਨ ਦੀ ਨਿਆਰੀ ਰਸਮ ਚਲਾਈ ਸੀ। ਗੁਰੂ ਇਤਿਹਾਸ ਵਿੱਚ ਲੰਬੇ ਚੌੜੇ ਅਡੰਬਰ ਦਾ ਕਿਤੇ ਕੋਈ ਨਾਮ ਨਿਸ਼ਾਨ ਨਹੀਂ ਮਿਲਦਾ, ਪਰ ਪੰਥ ਦੀ ਬਣੀ ਆਨੰਦ ਮਰਜ਼ਾਦਾ ਇੱਕ ਤਰ੍ਹਾਂ ਨਾਲ ਬ੍ਰਾਹਮਣੀ ਅਡੰਬਰਾਂ ਦੇ ਹੀ ਜ਼ਿਕਰਾਂ ਵਾਲੀ ਹੈ। ਮਨ ਮੰਨੇ ਦਾ ਮੇਲਾ। ਜਿਵੇਂ ਕਿਸੇ ਦਾ ਸਿੱਖ ਬਣਨਾ ਮਨ ਦੀ ਮਰਜ਼ੀ 'ਤੇ ਨਿਰਭਰ ਹੈ। ਮਨ ਮੰਨ ਜਾਵੇ ਤਾਂ ਸਰੀਰ ਦੀ ਸਾਰੀ ਕਿਰਿਆ ਸਿੱਖੀ ਸਾਂਚੇ ਵਿੱਚ ਢਲ ਜਾਂਦੀ ਹੈ। ਐਵੇਂ ਹੀ ਵਿਆਹ ਸ਼ਾਦੀ ਦੀ ਕਾਮਯਾਬੀ ਮਨ ਮੰਨਣ 'ਤੇ ਹੀ ਨਿਰਭਰ ਹੈ। ਬੜੇ ਵੱਡੇ ਖਰਚਾਂ ਨਾਲ ਕੀਤੇ ਬੜੇ ਵਿਸ਼ਾਲ ਵਿਖਾਵੇ ਵਾਲੇ ਪ੍ਰੀਤੀ ਭੋਜਨ, ਫੇਰਿਆਂ ਦੇ ਸਮਾਗਮ ਲਈ ਬੜੇ ਵਿਸ਼ਾਲ ਗੁਰੂ ਦਰਬਾਰਾਂ ਵਿੱਚ ਬੜੇ ਉੱਘੇ ਰਾਗੀਆਂ ਦਾ ਕੀਰਤਨ, ਬੜੇ ਸਿਆਣੇ ਪ੍ਰਚਾਰਕਾਂ ਦੇ ਪ੍ਰਚਾਰ ਅਤੇ ਬੜੇ ਮੰਨੇ ਹੋਏ ਵੱਡੇ ਗਿਆਨੀ ਜੀ ਧੇਤੇ ਪਤੇਤਿਆਂ ਦੇ ਮਿਲਾਪ ਦੇ ਜ਼ਿਕਰ ਨਾਲ ਕਾਕੇ ਕਾਕੀ ਦੇ ਆਨੰਦ ਦਾ ਅਰਦਾਸਾ ਸੋਧਿਆ, ਹੁਕਮਨਾਮਾ ਲਿਆ। ਪੂਰੀ ਵਿਧੀ ਅਨੁਸਾਰ ਵਕੀਲ ਕਾਕੇ ਦਾ ਪੱਲਾ ਵਕੀਲ ਕਾਕੀ ਨੂੰ ਫੜਾਇਆ ਅਤੇ ਪੱਲੇ ਤੈਂਡੇ ਲਾਗੀ ਗੁਰੂ ਸ਼ਬਦ ਦਾ ਗਾਇਨ ਬੜੀਆਂ ਨਿਆਰੀਆਂ ਅਤੇ ਮਿੱਠੀਆਂ ਧੁਨਾਂ ਵਿੱਚ ਗਾਇਆ ਗਿਆ। ਪੰਜਾਂ ਕਕਾਰਾਂ ਵਾਲੇ ਪ੍ਰਭਾਵਸ਼ਾਲੀ ਬਾਣੇ ਵਿੱਚ ਫੱਬੇ ਹੋਏ ਵਿਦਵਾਨ ਗਿਆਨੀ ਜੀ ਨੇ ਲਾਵਾਂ ਪੜ੍ਹੀਆਂ ਅਤੇ ਵਿਦਵਾਨ ਬੀਬੀ ਜੀ ਨੇ ਆਪਣੇ ਵਿਦਵਾਨ ਨੀਂਗਰ ਦੇ ਪਿੱਛੇ ਪਿੱਛੇ ਵੱਡੇ ਸਾਊਆਂ ਵਾਂਗ ਤੁਰ ਕੇ ਫੇਰੇ ਲਏ ਅਤੇ ਰਾਗੀ ਸਿੰਘਾਂ ਨੇ ਨਾਲ ਨਾਲ ਕਰਮਵਾਰ ਲਾਵਾਂ ਗਾਈਆਂ। ਚੌਥੀ ਲਾਮ 'ਤੇ ਸਤਿਗੁਰਾਂ ਦੇ ਸਤਿਕਾਰ ਦਾ ਮੌਜੂ ਉਡਾਉਂਦਿਆਂ ਸੁਭਾਗ ਜੋੜੀ 'ਤੇ ਫੁੱਲਾਂ ਦੀ ਵਰਖਾ ਨੇ ਸਾਰਾ ਫਰਸ਼ ਫੁੱਲਾਂ ਨਾਲ ਢੱਕ ਦਿੱਤਾ। ਫਿਰ ਆਨੰਦ ਸਾਹਿਬ ਜੀ ਦਾ ਪਾਠ ਅਤੇ ਰਾਗੀਆਂ ਨੇ ਵਿਆਹ ਹੁਆ ਮੇਰੇ ਬਾਬਲਾ ਸ਼ਬਦ ਗਾਇਨ ਗਾਇਆ। ਸਾਰਾ ਕੁਝ 12 ਵਜੇ ਤੋਂ ਪਹਿਲਾਂ ਸਮਾਪਤ ਕਰਨ ਵਾਲਾ ਭਰਮ ਵੀ ਠੀਕ ਢੰਗ ਨਾਲ ਪੂਰਾ ਕਰ ਲਿਆ। ਫਿਰ ਸਿਹਰੇ ਪੜ੍ਹਨ ਵਾਲੇ ਢੱਡਾਂ ਦੁਆਰਾ ਅਤੇ ਤੂੰਬੀ ਦੁਆਰਾ ਮੁੰਡੇ ਕੁੜੀ ਦੇ ਅਥਵਾ ਘਰ ਵਾਲਿਆਂ ਦੇ ਸੋਲੇ ਗਾਉਣ ਵਾਲਿਆਂ ਨੇ ਖੂਬ ਜੇਬਾਂ ਗਰਮਾਈਆਂ। ਕੁੜੀ ਮੁੰਡੇ ਦੀਆਂ ਝੋਲੀਆਂ ਮਾਇਆ ਨਾਲ ਭਰਨ ਵਾਲੇ ਝੋਲੀ ਚੋਕਾਂ ਨੇ ਸਿਰਵਾਰਨੇ ਕਰਨ ਵਿੱਚ ਵੀ ਕੋਈ ਕਸਰ ਨਾ ਰੱਖੀ। ਨਵੀਨਤਾ ਦੇ ਝਲਕਾਰੇ ਮਾਰਦੇ ਬੜੇ ਪ੍ਰਭਾਵਸ਼ਾਲੀ ਡਿੱਠ ਵਾਲਾ ਵਿਖਾਵਾ ਦਾਜ ਵਿੱਚ ਬੜੀ ਕੀਮਤੀ ਕਾਰ ਨਾਲ ਸ਼ਿੰਗਾਰਿਆ ਦਾਜ ਲੈ ਕੇ ਬੀਬੀ ਸਹੁਰੇ ਘਰ ਗਈ, ਪਰ ਰਾਤ ਦੇ ਹਨੇਰੇ ਵਿੱਚ ਸਹੁਰੇ ਘਰੋਂ ਹੀ ਪਹਿਲਾਂ ਤੋਂ ਮਿੱਥੇ ਆਪਣੇ ਸੱਜਣ ਸਾਈਂ ਕੋਲ ਜਾ ਵੜੀ। ਅਗਲੇ ਪਿਛਲੇ ਦੋਵੇਂ ਧਿਰਾਂ ਕਈ ਮਹੀਨੇ ਪਰੇਸ਼ਾਨ ਰਹੇ। ਆਖਰ ਬੀਬੀ ਜੀ ਦਾ ਪੁੱਤਰ ਮਾਪਿਆਂ ਕੋਲ ਆ ਗਿਆ। ਤੁਸਾਂ ਆਪਣੀ ਇਕਲੌਤੀ ਧੀ ਦਾ ਵਿਆਹ ਆਪਣੀ ਮਰਜ਼ੀ ਅਨੁਸਾਰ ਕਰਕੇ ਆਨੰਦ ਮਾਣ ਲਿਆ ਹੈ। ਮੈਂ ਆਪਣੇ ਮਨਮੀਤ ਨਾਲ ਮਿਲਾਪ ਦਾ ਆਨੰਦ ਮਾਣ ਰਹੀ ਹਾਂ। ਤੁਸੀਂ ਆਪਣੇ ਥਾਂ ਸੁਖੀ ਰਹੋ, ਮੈਂ ਪੂਰੀ ਸੰਤੁਸ਼ਟ ਹਾਂ। ਇਹ ਘਟਨਾ ਤਾਂ ਇੰਗਲੈਂਡ ਵਾਸੀ ਦਾਸ ਦੇ ਜਾਣੂਆਂ ਦੇ
ਰਿਸ਼ਤੇਦਾਰਾਂ ਨਾਲ ਵਾਪਰੀ। ਪਰ ਅਜਿਹੀਆਂ ਕਈ ਘਟਨਾਵਾਂ ਹਨ ਜਿੱਥੇ ਮਿੱਥੇ ਹੋਏ ਪੂਰੇ ਵਿਧੀ ਵਿਧਾਨ ਨਾਲ ਕੀਤਾ ਹੋਇਆ ਵਿਆਹ ਥੋੜ੍ਹੇ ਸਮੇਂ ਵਿੱਚ ਹੀ ਸਮਾਪਤ ਹੋ ਗਿਆ। ਕਾਰਨ ਮਨ ਨਹੀਂ ਸਨ ਮੰਨੇ ਹੋਏ। ਦਿਲਾਂ ਦੀ ਡੂੰਘਾਈ ਤੋਂ ਦੋਵੇਂ ਇੱਕ ਦੂਜੇ ਦੇ ਹੋ ਜਾਣਾ ਹੀ ਅਸਲੀ ਸ਼ਾਦੀ ਵਿਆਹ ਅਤੇ ਸੱਚਾ ਮਿਲਾਪ ਹੈ। ਗ੍ਰਸਤੀ ਜੀਵਨ ਬਾਰੇ ਗੁਰਮਤਿ ਦੀ ਸਿੱਖਿਆ ਲੈਣ ਲਈ ਅਤੇ ਆਪਣੇ ਨਾ ਤਜਰਬੇਕਾਰ ਸਿਰਾਂ 'ਤੇ ਸਤਿਗੁਰਾਂ ਦੇ ਮਿਹਰਾਂ ਭਰੇ ਹੱਥ ਦੀ ਸ਼ਾਨ ਦੀ ਪ੍ਰਾਪਤੀ ਲਈ ਹੀ ਸਤਿਗੁਰਾਂ ਦੀ ਹਜ਼ੂਰੀ ਵਿੱਚ ਜਾਣਾ ਹੁੰਦਾ ਹੈ। ਕਿੱਡਾ ਚੰਗਾ ਹੋਵੇ ਕਿ ਮਾਪੇ ਆਪਣੇ ਬੱਚਿਆਂ ਨੂੰ ਗੁਰਮਤਿ ਦੀ ਸਿੱਖਿਆ ਆਰੰਭ ਤੋਂ ਹੀ ਦਿੰਦੇ ਰਹਿਣ ਅਤੇ ਗੁਰਮੁਖ ਬੱਚਿਆਂ ਦੀ ਮਰਜ਼ੀ ਨਾਲ ਜੋੜ ਬਣਾਇਆ ਜਾਵੇ। ਫਿਰ ਪਰਿਵਾਰ ਸਮੇਤ ਦੋਵੇਂ ਸਤਿਗੁਰਾਂ ਦੀ ਹਜ਼ੂਰੀ ਵਿੱਚ ਹਾਜ਼ਰ ਹੋਣ। ਅਵਲ ਤਾਂ ਜੋੜੇ ਵਿੱਚੋਂ ਹੀ ਕੋਈ ਗ੍ਰਸਤੀ ਜੀਵਨ ਵਿੱਚ ਪ੍ਰਵੇਸ਼ ਕਰਨ ਦੀ ਆਗਿਆ ਲੈਣ ਲਈ ਅਤੇ ਗੁਰਮੁਖਾਂ ਵਾਲੀ ਜੀਵਨ ਜੁਗਤ ਦੀ ਬਖਸ਼ਿਸ਼ ਕਰਨ ਲਈ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸਾ ਕਰੇ। ਜੇ ਕਿਸੇ ਗੱਲੋਂ ਜਿਸ ਦੀ ਸੰਭਾਵਨਾ ਗੁਰਮੁਖ ਬੱਚਿਆਂ ਵਿੱਚ ਨਹੀਂ ਹੋਣੀ ਲੋੜੀਏ, ਬੱਚਿਆਂ ਵਿੱਚੋਂ ਅਰਦਾਸਾ ਨਾ ਸੋਧ ਸਕਦਾ ਹੋਵੇ ਤਾਂ ਗੁਰਮਤਿ ਦਾ ਵਿਦਵਾਨ ਗੁਰਮੁਖ ਸੱਜਣ ਅਰਦਾਸਾ ਸੋਧੇ। ਸਤਿਗੁਰਾਂ ਦਾ ਹੁਕਮ ਲੈ ਕੇ ਤਾਬਿਆ ਬੈਠਾ ਗੁਰਮੁਖ ਸੱਜਣ ਬੱਚਿਆਂ ਨੂੰ ਗੁਰਮਤਿ ਜੀਵਨ ਦੀ ਸਿੱਖਿਆ ਸੁਣਾਵੇ। ਬੱਚਾ ਅਤੇ ਬੱਚੀ ਗੁਰਮਤਿ ਸਿੱਖਿਆ ਨੂੰ ਸਵੀਕਾਰ ਕਰਦਿਆਂ ਸਤਿਗੁਰਾਂ ਦੇ ਚਰਨਾਂ ਵਿੱਚ ਸੀਸ ਝੁਕਾਉਣ। ਆਨੰਦ ਸਾਹਿਬ ਦਾ ਪਾਠ ਸਤਿਗੁਰਾਂ ਦਾ ਕੋਟਾਨ ਕੋਟ ਧੰਨਵਾਦ। ਨਿਆਰੇ ਖਾਲਸਾ ਪਰਿਵਾਰਾਂ ਵਿੱਚ ਸ਼ਾਦੀਆਂ ਦਾ ਨਿਆਰਾ ਅਤੇ ਸੰਖੇਪ ਸਮਾਗਮ। ਸਤਿਗੁਰਾਂ ਦੀ ਹਜ਼ੂਰੀ ਵਿੱਚ ਦਰਸ਼ਨ ਭੇਟ ਕੇਵਲ ਸੁਗੰਧੀ ਵਾਲੇ ਫੁੱਲ ਅਤੇ ਬਸ ਇਹੀ ਖਰਚ। ਪੱਲੇ ਲਾਉਣਾ ਫੇਰੇ ਆਦਿ ਸਾਰੇ ਬ੍ਰਾਹਮਣਵਾਦ ਤੋਂ ਇੱਕਦਮ ਛੁੱਟੀ। ਹੰਕਾਰ ਪੈਦਾ ਕਰਨ ਵਾਲੀਆਂ ਵਿਖਾਵੇ ਦੀਆਂ ਕਰਮ ਕਰਤੂਤਾਂ ਛੱਡ ਕੇ ਇਸ ਉੱਚੇ ਆਚਰਨ ਵਾਲੀ ਜੀਵਨੀ ਰੂਪ ਕਰਮ ਕਰਤੂਤ ਨੂੰ ਗ੍ਰਹਿਣ ਕਰੀਏ। ਆਸਾ ਮਹੱਲਾ ਪਹਿਲਾ। ਕਰਮ ਕਰਤੂਤ ਬੇਲ ਵਿਸਥਾਰੀ, ਰਾਮ ਨਾਮ ਫਲ ਹੁਆ, ਤਿਸ ਰੂਪ ਅਨਾਰੇਖ ਅਨਾਹਦ ਵਾਜੈ, ਸ਼ਬਦ ਨਿਰੰਜਨ ਕੀਆ, ਕਰੇ ਵਖਿਆਣ ਜਾਣੈ ਜੇ ਕੋਈ, ਅੰਮ੍ਰਿਤ ਪੀਵੈ ਸੋਈ। ਰਹਾਉ ਜਿਨ ਪੀਆ ਸੇ ਮਸਤ ਭਏ ਹੈ, ਟੂਟੇ ਬੰਧਨ ਫਾਹੇ, ਜੋਤੀ ਜੋਤ ਸਮਾਣੀ ਭੀਤਰ, ਤਾਂ ਛੋਡੇ ਮਾਇਆ ਕੇ ਲਾਹੇ। ਸਰਬ ਜੋਤ ਰੂਪ ਤੇਰਾ ਦੇਖਿਆ, ਸਗਲ ਭਵਨ ਤੇਰੀ ਮਾਇਆ, ਹਰਾਰੇ ਰੂਪ ਨਿਰਾਲਮ ਬੈਠਾ, ਨਦਰ ਕਰੇ ਵਿੱਚ ਛਾਇਆ। ਬੀਣਾ ਸ਼ਬਦ ਵਜਾਵੈ ਜੋਗੀ, ਦਰਸ਼ਨ ਰੂਪ ਅਪਾਰਾ, ਸ਼ਬਦ ਅਨਾਹਦ ਸੋ ਸ਼ਹਰਾਤਾ, ਨਾਨਕ ਕਹੇ ਵਿਚਾਰਾ। ਪੰਨਾ 351। ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ 6ਵਾਂ। ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ। ਦੂਜੇ ਕਾਂਡ ਦਾ 9ਵਾਂ ਅਤੇ 10ਵਾਂ ਭਾਗ। ਆਵਾਜ਼ ਗੁਰਜੰਟ ਸਿੰਘ ਰੂਪਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।